ਵਾਤਾਵਰਨ ਖਰਾਬ ਹੋਣ ਕਾਰਨ ਜਿੱਥੇ ਜੀਵ ਜੰਤੂਆਂ ਦਾ ਜੀਵਨ ਡਿਸਟਰਬ ਹੋ ਰਿਹਾ ਨਾ, ਬਿਲਕੁਲ ਉੱਥੇ ਮਨੁੱਖ ਵੀ ਮਾਨਸਿਕ ਤੇ ਮੈਂਟਲੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈਗਾ। 2017 ਦੇ ਵਿੱਚ ਕਿਹਾ ਗਿਆ ਸੀ ਕਿ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਸੀਗਾ, ਪਰ ਲੇਕਿਨ ਉਹਨੂੰ ਹਜੇ ਤੱਕ ਇੰਪਲੀਮੈਂਟ ਕਿਉਂ ਨਹੀਂ ਕੀਤਾ ਗਿਆ? ਕੀ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ ਹੈਗਾ? ਕਿਉਂਕਿ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਕਿ ਛੋਟੇ ਛੋਟੇ ਟੁਕੜਿਆਂ ਵਾਸਤੇ, ਪੰਚਾਇਤੀ ਜ਼ਮੀਨਾਂ ਵਾਸਤੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੜਾਈ ਝਗੜੇ ਵੀ ਹੁੰਦੇ ਨੇ। ਸਾਨੂੰ ਖੇਤਾਂ 'ਚ, ਸੜਕਾਂ ਜਿੱਥੇ ਵੀ ਜਗ੍ਹਾ ਮਿਲਦੀ ਹੈ, ਵੱਧ ਤੋਂ ਵੱਧ ਹਰ ਮਨੁੱਖ ਦਾ ਫਰਜ਼ ਬਣਦਾ ਉਹ ਰੁੱਖ ਲਗਾਵੇ। ਔਰ ਸੰਜੀਵ ਜੀ, ਜਿਹੜੇ ਘਰ ਦੇ ਵਿੱਚ ਵਿਹੜਾ ਹੈਗਾ ਨਾ, ਰੁੱਖ ਨਹੀਂ ਹੈਗਾ। ਜਿਹੜੇ ਘਰ 'ਚ ਧੀ ਜਨਮ ਲੈਣਾ ਚਾਹੁੰਦੀ ਸੀ, ਉਹਨੂੰ ਜਨਮ ਨਹੀਂ ਲੈਣ ਦਿੱਤਾ ਨਾ, ਮੈਂ ਉਸ ਘਰ ਨੂੰ ਘਰ ਨਹੀਂ ਸਮਝਦਾ। ਉਹ ਸਾਡੇ ਗੁਰੂਆਂ ਪੀਰਾਂ ਦੀ ਸੋਚ ਤੋਂ, ਗ੍ਰੰਥਾਂ ਦੀ ਸੋਚ ਤੋਂ ਲੋਕ ਬਹੁਤ ਪਰੇ ਨੇਗੇ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਸੰਜੀਵ ਗੋਇਲ। ਜਿਵੇਂ ਹੀ ਕਹਿੰਦੇ ਨੇ ਕਿ ਵਾਤਾਵਰਨ ਨੂੰ ਬਚਾਉਣ ਦੇ ਲਈ ਸਰਕਾਰਾਂ ਵੱਲੋਂ ਬਹੁਤ ਸਾਰੇ ਫੰਡ ਰੱਖੇ ਜਾਂਦੇ ਨੇ, ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਨੇ, ਪਰ ਲੇਕਿਨ ਇੱਕ ਐਸੀ ਸ਼ਖਸੀਅਤ ਨੂੰ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੋ ਵਾਤਾਵਰਨ ਪ੍ਰੇਮੀ ਵੀ ਹੈਗੇ ਨੇ ਔਰ ਪੰਛੀਆਂ ਨੂੰ ਬਚਾਉਣ ਦੇ ਲਈ ਵੀ ਬਹੁਤ ਸਾਰੇ ਉਪਰਾਲੇ ਕਰਦੇ ਹੈਗੇ ਨੇ। ਸੰਗਰੂਰ ਜ਼ਿਲ੍ਹੇ ਦੇ ਇੱਕ ਮਾਸਟਰ ਜੀ ਨੇ, ਕਟੋਰੇ ਵਾਲੇ ਮਾਸਟਰ ਜੀ ਦੇ ਨਾਮ ਤੋਂ ਜਾਣੇ ਜਾਂਦੇ ਨੇ, ਲਛਮਣ ਸਿੰਘ ਚੱਠਾ, ਜੋ ਕਿ ਦਿੜਬਾ ਹਲਕੇ ਦੇ ਪਿੰਡ ਚੱਠਾ ਨੇੜਾ ਦੇ ਰਹਿਣ ਵਾਲੇ ਹੈਗੇ ਨੇ। ਲਛਮਣ ਸਿੰਘ ਚੱਠਾ ਨੇ ਹੁਣ ਤੋਂ ਪਹਿਲਾਂ ਵਾਤਾਵਰਨ ਨੂੰ ਬਚਾਉਣ ਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਨੇ, ਪੰਛੀਆਂ ਨੂੰ ਬਚਾਉਣ ਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਨੇ। ਜਿਵੇਂ ਕਿ ਪਹਿਲਾਂ ਸੁਰਖੀਆਂ ਦੇ ਵਿੱਚ ਵੀ ਰਹੇ ਨੇ ਲਛਮਣ ਸਿੰਘ ਚੱਠਾ ਹੋਰੀ, ਪਿੰਡਾਂ ਦੇ ਵਿੱਚ ਪਾਣੀ ਵਾਲੇ ਕਟੋਰੇ ਵੰਡਦੇ ਰਹੇ ਨੇ ਔਰ ਬੱਚਿਆਂ ਨੂੰ ਡਰਾਇੰਗਾਂ ਵੰਡੀਆਂ ਔਰ ਬੱਚਿਆਂ ਨੂੰ ਬਹੁਤ ਸਾਰੇ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੇ ਲਈ ਪ੍ਰੇਰਿਤ ਵੀ ਕਰਦੇ ਰਹੇ ਔਰ ਸੈਮੀਨਾਰ ਵੀ ਕੀਤੇ ਗਏ ਨੇ। ਲਛਮਣ ਚੱਠਾ ਸਾਡੇ ਨਾਲ ਨੇ, ਉਹਨਾਂ ਤੋਂ ਜਾਣਾਂਗੇ ਕਿ ਹੁਣ ਜਿਹੜੀ ਇਹ ਨਵੀਂ ਪਾਲਿਸੀ ਇੱਕ ਲੈ ਕੇ ਆਏ ਨੇਗੇ, ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਪਰ ਲੇਕਿਨ ਹਜੇ ਤੱਕ ਉਸ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ। ਉਹ ਕੀ ਖੁਲਾਸਾ ਹੈਗਾ, ਕੀ ਇਹ ਉਸ ਦੇ ਬਾਰੇ ਜਾਣਕਾਰੀ ਦੇਣਗੇ। ਲਛਮਣ ਚੱਠਾ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਚੱਠਾ ਸਾਹਿਬ, ਪੰਜਾਬੀ ਲੋਕ ਚੈਨਲ 'ਤੇ ਸਵਾਗਤ ਹੈ ਤੁਹਾਡਾ। ਪਹਿਲਾਂ ਸੰਜੀਵ ਜੀ, ਤੁਹਾਡਾ ਔਰ ਪੰਜਾਬੀ ਲੋਕ ਚੈਨਲ ਦਾ ਬਹੁਤ ਧੰਨਵਾਦ ਕਿ ਤੁਸੀਂ ਇੱਕ ਬਹੁਤ ਵਧੀਆ ਟੌਪਿਕ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ। ਇਹ ਮਸਲਾ ਹੈਗਾ, ਗ੍ਰਾਮ ਪੰਚਾਇਤ ਟਰੀ ਪਾਲਿਸੀ ਬਣੀ ਸੀ 2017 ਦੇ ਵਿੱਚ ਜੀ, ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ 'ਤੇ ਜੰਗਲ ਲਗਾਉਣ ਦੀ, ਪਰ ਇਹ ਜਿਹੜੀ ਪਾਲਿਸੀ ਹੈ ਲਾਗੂ ਨਹੀਂ ਹੋਈ ਹੈਗੀ। ਇਹ ਪਾਲਿਸੀ ਦੇ ਵਿੱਚ 33% ਰਕਬਾ, 1/3 ਹਿੱਸੇ 'ਤੇ ਜੰਗਲ ਲਗਾਉਣ ਦੀ ਜਿਹੜੀ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ ਜੀ, ਪਰ ਇਹ ਲਾਗੂ ਨਹੀਂ। ਹੁਣ ਤੁਸੀਂ ਦੇਖ ਰਹੇ ਹੋ ਵਾਤਾਵਰਨ ਬਹੁਤ ਜ਼ਿਆਦਾ ਖਰਾਬ ਹੋ ਰਿਹਾ। ਵਾਤਾਵਰਨ ਖਰਾਬ ਹੋਣ ਕਾਰਨ ਜਿੱਥੇ ਜੀਵ ਜੰਤੂਆਂ ਦਾ ਜੀਵਨ ਡਿਸਟਰਬ ਹੋ ਰਿਹਾ ਨਾ, ਬਿਲਕੁਲ ਉੱਥੇ ਮਨੁੱਖ ਵੀ ਮਾਨਸਿਕ ਤੇ ਮੈਂਟਲੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈਗਾ, ਜਿਹਦਾ ਕਾਰਨ ਖਰਾਬ ਹੋ ਰਿਹਾ ਵਾਤਾਵਰਨ। ਵਾਤਾਵਰਨ ਸਾਫ਼ ਕਿਵੇਂ ਹੋਵੇਗਾ? ਵਾਤਾਵਰਨ ਤਾਂ ਰੁੱਖ ਲਗਾਉਣ ਨਾਲ ਸਾਫ਼ ਹੋਣਾਗਾ। ਆਪਾਂ ਦੇਖੀਏ ਪਿਛਲੇ ਕੋਈ 20-25 ਵਰ੍ਹਿਆਂ 'ਚ ਮਨੁੱਖ ਨੇ ਕੁੱਖ ਤੇ ਰੁੱਖ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ। ਜਿੱਥੇ ਪੰਜਾਬ 'ਚੋਂ ਵਿਰਾਸਤੀ ਰੁੱਖ ਲੱਖਾਂ ਦੀ ਗਿਣਤੀ 'ਚ ਅਸੀਂ ਕੱਟੇ ਨੇਗੇ, ਉੱਥੇ ਲੱਖਾਂ ਧੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਅਸੀਂ ਮਾਰ ਮੁਕਾਇਆ। ਹੁਣ ਦੇਖਿਆ ਜਾਵੇ ਕਿ ਰੁੱਖ ਤੇ ਕੁੱਖ ਦੋਵੇਂ ਮਨੁੱਖ ਲਈ ਚੰਗੇ ਨੇ, ਧੀਆਂ ਵੀ ਚੰਗੀਆਂ ਨੇ ਮਨੁੱਖ ਲਈ ਤੇ ਰੁੱਖ ਵੀ ਚੰਗੇ ਨੇ, ਪਰ ਮਨੁੱਖ ਨੇ ਦੋਨਾਂ ਦਾ ਨੁਕਸਾਨ ਕੀਤਾ। ਹੁਣ ਰੁੱਖ ਅਸੀਂ ਇਹ ਪਾਲਿਸੀ ਮੈਂ ਜਿਹੜੀ ਹੈਗੀ ਹੈ ਟਰੀ ਪਾਲਿਸੀ 2017, ਇਹਨੂੰ ਲੈ ਕੇ ਹੁਣ ਅਸੀਂ ਮੰਗ ਹੀ ਉਠਾ ਰਹੇ ਹਾਂ। ਔਰ ਇਹ ਦੇਖੋ ਸਾਰਿਆਂ ਨਾਲ ਜੁੜਿਆ ਹੋਇਆ ਮਸਲਾ, ਇਹ ਸਿਰਫ ਮਨੁੱਖ ਨਾਲ ਨਹੀਂ, ਜਿੰਨੀਆਂ ਵੀ ਪ੍ਰਜਾਤੀਆਂ ਧਰਤੀ 'ਤੇ ਜਿਉਂਦੀਆਂ ਨੇ, ਜੀਵ ਜੰਤੂ ਸਾਰੇ, ਜਿੰਨੀ ਕਾਇਨਾਤ ਪਰਮਾਤਮਾ ਨੇ ਜਿੰਨੀ ਬਣਾਈ ਆ, ਇਹ ਸਭ ਨਾਲ ਜੁੜਿਆ ਹੋਇਆ ਹੈਗਾ। ਦੇਖੋ ਜੇ ਜੰਗਲ ਲੱਗਣਗੇ, ਰੁੱਖ ਲੱਗਣਗੇ ਪੰਜਾਬ ਦੇ ਵਿੱਚ, ਤਾਂ ਜਿੱਥੇ ਵਾਤਾਵਰਨ ਸਾਫ਼ ਹੋਏਗਾ ਉਹਦੇ ਨਾਲ ਜਿਹੜੀਆਂ ਕਿ ਬਰਸਾਤਾਂ ਵਧਣਗੀਆਂ ਔਰ ਜੀਵ ਜੰਤੂ ਨੂੰ ਕੁਦਰਤੀ ਰਹਿਣ ਬਸੇਰੇ ਮਿਲਣਗੇ। ਇਹਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਇੱਕ 2017 ਦੇ ਵਿੱਚ ਕਿਹਾ ਗਿਆ ਸੀ ਕਿ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਸੀਗਾ, ਪਰ ਲੇਕਿਨ ਉਹਨੂੰ ਹਜੇ ਤੱਕ ਇੰਪਲੀਮੈਂਟ ਕਿਉਂ ਨਹੀਂ ਕੀਤਾ ਗਿਆ? ਕੀ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ ਹੈਗਾ? ਦੇਖੋ ਸਾਨੂੰ ਵੀ ਨਹੀਂ, ਹੁਣ ਪਿੰਡਾਂ 'ਚ ਕਿਸੇ ਪੰਚਾਇਤਾਂ ਨੂੰ ਨਹੀਂ ਪਤਾ ਹੈਗਾ ਵੀ ਇਸ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਹੋਇਆ ਸੀ। ਇਸ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਜਿਹੜੀਆਂ ਰਿਜ਼ਰਵ ਜਿਹੜੇ ਟੱਕ ਨੇ ਲੀਜ਼ 'ਤੇ ਜਾਂਦੇ ਨੇ, ਜਿਹੜੇ SC ਭਾਈਚਾਰੇ ਲਈ ਜਿਹੜੀਆਂ ਜ਼ਮੀਨਾਂ ਲੀਜ਼ 'ਤੇ ਜਾਂਦੀਆਂ ਨੇ, ਉਹਨੂੰ ਛੱਡਣ ਤੋਂ ਬਾਅਦ ਜਿਹੜੀ ਬਾਕੀ ਜ਼ਮੀਨ ਬਚਦੀ ਆ, ਉਹਦਾ 1/3 ਹਿੱਸੇ 'ਤੇ ਅਸੀਂ ਜਿਹੜੇ ਵਿਰਾਸਤੀ ਰੁੱਖ ਲਾਉਣੇ ਨੇ, ਸਾਡੇ ਜੰਗਲ ਲਾਉਣੇ ਨੇਗੇ। ਹੁਣ 17 ਦੀ ਪਾਲਿਸੀ ਬਣੀ ਹੋਈ ਆ, ਪਰ ਇਹ ਨੀਚੇ ਤੱਕ ਨਹੀਂ ਆਈ ਹੈਗੀ। ਪੰਚਾਇਤਾਂ ਨੂੰ ਇਸ ਤਰ੍ਹਾਂ ਦੇ ਕੋਈ ਨਿਰਦੇਸ਼ ਜਾਰੀ ਨਹੀਂ ਹੋਏ ਜਿੰਨਾ ਕਿ ਮੈਨੂੰ ਲੱਗਦਾ ਮੈਂ ਇਸ 'ਤੇ ਜਾਣਿਆ ਹੈਗਾ। ਸੋ ਜੰਗਲ ਦੇਖੋ ਹੁਣ ਮੁੱਖ ਲੋੜ ਆ, ਬਿਲਕੁਲ ਜਿਵੇਂ ਰੁੱਖਾਂ ਹੇਠ ਰਕਬਾ ਬਹੁਤ ਜ਼ਿਆਦਾ ਘਟ ਚੁੱਕਿਆ। ਜੇ ਇਹ ਪੰਚਾਇਤੀ ਜ਼ਮੀਨਾਂ ਜੰਗਲ ਲੱਗਣਗੇ ਤਾਂ ਸਾਡੇ ਨੇਚਰ ਦੇ ਅਨੁਕੂਲ ਰੁੱਖਾਂ ਹੇਠ ਰਕਬਾ ਨੇਚਰ ਦੇ ਅਨੁਕੂਲ ਹੋ ਜਾਊਗਾ।
ਇਹ ਜਿਹੜਾ 1/3 ਦਾ ਮਾਮਲਾ ਹੈਗਾ ਕਿ 1/3 ਰਕਬਾ ਹੋਏਗਾ ਜਿਹੜਾ ਪੰਚਾਇਤੀ ਜ਼ਮੀਨਾਂ ਦਾ, ਤਾਂ ਉਹਦੇ ਵਿੱਚ ਜਿਹੜੇ ਜੰਗਲ ਲਗਾਉਣ ਦੀ ਗੱਲ ਕਹੀ ਗਈ ਸੀਗੀ, ਤਾਂ ਫਿਰ ਜਿਹੜਾ ਇਹਦੇ ਵਿੱਚ ਉੱਪਰ ਖਰਚ ਹੋਏਗਾ ਜਾਂ ਇਸ ਨੂੰ ਜੇ ਇੰਪਲੀਮੈਂਟ ਕੀਤਾ ਜਾਂਦਾ ਹੈ ਤਾਂ ਕੀ ਸਰਕਾਰ ਇਸ ਦੇ ਉੱਪਰ ਖਰਚ ਕਰੇਗੀ? ਇਹ ਪਾਲਿਸੀ ਦੇ ਵਿੱਚ ਸਾਰਾ ਕੁਝ ਦੱਸਿਆ ਗਿਆ। ਇਹ ਮਨਰੇਗਾ ਸਕੀਮ ਦੇ ਵਿੱਚ ਲਾਗੂ ਹੋਣਾਗਾ ਜੀ। ਮਨਰੇਗਾ ਸਕੀਮ ਦੇ ਵਿੱਚ ਬਹੁਤ ਸਾਰਾ ਬਜਟ ਹੈਗਾ। ਜੰਗਲ ਲੱਗਣਗੇ ਇਹ ਪੰਚਾਇਤੀ ਜ਼ਮੀਨਾਂ ਤੇ, ਇਹਦੀ ਦੇਖ ਰੇਖ ਆ ਜਿਹੜੀ ਬੂਟੇ ਮਿਲਣੇ ਸਾਰੇ ਵਣ ਵਿਭਾਗ ਰੁੱਖ ਦੇਊਗਾ ਤੇ ਮੁੱਲ ਵੀ ਖਰੀਦ ਸਕਦੀ ਹੈ ਪੰਚਾਇਤ। ਉਹ ਬਜਟ ਹੋਏਗਾ ਬਕਾਇਦਾ ਮਨਰੇਗਾ ਸਕੀਮ ਦੇ ਵਿੱਚ, ਪੈਸਾ ਬਹੁਤ ਜ਼ਿਆਦਾ ਹੈਗਾ। ਕਿਉਂਕਿ ਅਸੀਂ ਦੇਖਿਆ ਜਦੋਂ ਮੈਂ ਪਾਰਕਾਂ ਦਾ ਕੰਸੈਪਟ ਲੈ ਕੇ ਆਇਆ ਸੀ ਪੰਜਾਬ ਦੇ ਵਿੱਚ, ਸਭ ਤੋਂ ਪਹਿਲਾਂ ਮੈਂ ਇਹ ਕਹਿ ਲਓ ਕਿ ਪਿੰਡ ਚੱਠਾ ਨੇੜੇ ਅਸੀਂ 5 ਪਾਰਕ ਬਣਾਏ ਸੀ ਮੈਂ ਸ਼ਹੀਦਾਂ ਦੇ ਨਾਮ ਤੇ ਜਦੋਂ ਸ਼ੁਰੂਆਤ ਕੀਤੀ ਸੀ, ਤਾਂ ਉਦੋਂ ਬੜਾ ਉੱਠਿਆ ਸੀ ਕਿ ਪਾਰਕ ਪਿੰਡਾਂ 'ਚ ਕਾਮਯਾਬ ਕਿੱਦਾਂ ਹੋਣਗੇ, ਇਹਨਾਂ ਦੀ ਸਾਂਭ ਸੰਭਾਲ ਕਿੱਦਾਂ ਹੋਊਗੀ, ਦੇਖ ਰੇਖ ਕੌਣ ਕਰੂਗਾ। ਪਰ ਜਦੋਂ ਅਸੀਂ ਬਣਾਏ, ਤੁਸੀਂ ਸੰਜੀਵ ਜੀ ਦੇਖੋ ਕਿ ਸਾਰੇ ਪੰਜਾਬ 'ਚ ਇਹਨਾਂ ਪਾਰਕਾਂ ਦੀਆਂ ਗੱਲਾਂ ਹੋਈਆਂ, ਔਰ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਮਾਲਵਾ ਖਿੱਤੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਪਾਰਕ ਬਣੇ ਪਿੰਡਾਂ ਦੇ ਵਿੱਚ, ਔਰ ਇਹ ਯੋਜਨਾ ਸਫਲ ਰਹੀ। ਇਸੇ ਤਰ੍ਹਾਂ ਹੁਣ ਮੈਂ ਇਹ ਕਹਿ ਰਿਹਾ ਕਿ ਪੰਚਾਇਤੀ ਜ਼ਮੀਨਾਂ ਤੇ ਜਿਹੜਾ ਟਰੀ ਪਾਲਿਸੀ, ਗ੍ਰਾਮ ਪੰਚਾਇਤ ਟਰੀ ਪਾਲਿਸੀ 2017 ਬਣੀ ਹੋਈ ਆ, ਜੇ ਲਾਗੂ ਹੁੰਦੀ ਆ ਤਾਂ ਇਹਦੇ ਬਹੁਤ ਫਾਇਦੇ ਮਿਲਣੇ ਨੇਗੇ। ਹੁਣ ਜੇ ਜੰਗਲ ਲੱਗਣਗੇ ਪਿੰਡਾਂ 'ਚ ਗਰੀਬ ਲੋਕਾਂ ਨੂੰ ਬਹੁਤ ਫਾਇਦਾ ਹੋਣਾ, ਜਿੱਥੇ ਜੀਵ ਜੰਤੂ ਨੂੰ ਰਹਿਣ ਬਸੇਰੇ ਮਿਲਣਗੇ ਨਾ, ਉਹਦੇ ਨਾਲ ਗਰੀਬ ਲੋਕਾਂ ਨੂੰ ਲੱਕੜ ਬਾਲਣ ਵੀ ਮਿਲਣ ਲੱਗ ਜੂਗਾ, ਔਰ ਜਿਹੜੀਆਂ ਚਰਾਂਦਾਂ ਨੇ ਚਰਾਂਦਾਂ ਮੁੜੇ ਆਉਣਗੀਆਂ। ਪਹਿਲੇ ਸਮਿਆਂ 'ਚ ਅਸੀਂ ਸਾਡੇ 30-35 ਸਾਲ ਪਹਿਲਾਂ ਜ਼ਮੀਨਾਂ ਖਾਲੀ ਪਈਆਂ ਹੁੰਦੇ ਜਿੱਥੇ ਲੋਕ ਭੇਡਾਂ ਬੱਕਰੀਆਂ ਚਾਰਦੇ ਹੁੰਦੇ, ਡੰਗਰ ਚਾਰਦੇ ਹੁੰਦੇ, ਉਹ ਚਰਾਂਦਾਂ ਮੁੜੇ ਆਉਣਗੀਆਂ ਵਾਪਸ। ਬਿਲਕੁਲ। ਚੱਠਾ ਸਾਹਿਬ, ਇਸ ਨੂੰ ਕਿਵੇਂ ਦੇਖਦੇ ਹੋ? ਜੇ ਪੰਚਾਇਤਾਂ ਇਸ ਦੇ ਵੱਲ ਧਿਆਨ ਦੇਣਗੀਆਂ, ਕਿ ਸਾਥ ਦੇਣਗੀਆਂ ਪੰਚਾਇਤਾਂ ਵੀ, ਸਰਕਾਰ ਨੂੰ ਕਹਿਣਗੀਆਂ ਇਸ ਚੀਜ਼ ਬਾਰੇ ਕਿ ਪੰਚਾਇਤੀ ਜ਼ਮੀਨਾਂ ਨੇ ਜਿਹੜੀਆਂ ਉਹ 1/3 ਜਿਹੜਾ ਹਿੱਸਾ ਜੰਗਲ ਲਗਾਏ ਜਾਣ? ਕਿਉਂਕਿ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਕਿ ਛੋਟੇ-ਛੋਟੇ ਟੁਕੜਿਆਂ ਵਾਸਤੇ, ਪੰਚਾਇਤੀ ਜ਼ਮੀਨਾਂ ਵਾਸਤੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੜਾਈ ਝਗੜੇ ਵੀ ਹੁੰਦੇ ਨੇ। ਦੇਖੋ, ਇਹ ਇੱਕ ਐਸਾ ਮਸਲਾ ਸੰਜੀਵ ਜੀ, ਤੁਸੀਂ ਕਿੰਨੇ ਟੌਪਿਕਾਂ ਤੇ ਕੰਮ ਮਤਲਬ ਕਿ ਸਟੋਰੀਆਂ ਕੱਢਦੇ ਹੋ, ਇੱਕ ਐਸਾ ਪਹਿਲਾ ਮਸਲਾ ਜਿਹੜਾ ਸਰਬੱਤ ਦੇ ਭਲੇ ਲਈ ਆ, ਸਾਰੇ ਕੁੱਲ ਸਭ ਨਾਲ ਜੁੜਿਆ ਹੋਇਆ, ਮਨੁੱਖ ਨਾਲ, ਜੀਵ ਜੰਤੂ ਨਾਲ, ਹਰ ਕਿਸੇ ਨਾਲ, ਤੁਹਾਡੇ ਨਾਲ, ਮੇਰੇ ਨਾਲ, ਸਾਰਿਆਂ ਨਾਲ ਜੁੜਿਆ ਹੋਇਆ। ਇਹਦਾ ਲਾਭ ਕਿਸੇ ਇੱਕ ਵਿਅਕਤੀ ਨੂੰ ਜਾਂ ਇੱਕ ਵਰਗ ਨੂੰ ਨਹੀਂ ਮਿਲਣਾ ਹੈਗਾ, ਇਹ ਸਮੁੱਚੀ ਮਨੁੱਖਤਾ ਨੂੰ, ਜੀਵ ਜੰਤੂਆਂ ਨੂੰ, ਸਭ ਨੂੰ ਇਹਦਾ ਫਾਇਦਾ ਮਿਲਣਾਗਾ। ਔਰ ਇਹ ਪਾਲਿਸੀ ਤਾਂ ਪਹਿਲ ਦੇ ਆਧਾਰ ਤੇ ਲਾਗੂ ਹੋਣੀ ਚਾਹੀਦੀ ਹੈ। ਮੈਂ ਵੀ ਮੰਗ ਕਰਦਾ ਅਮਰਿੰਦਰ ਸਿੰਘ ਜੀ ਤੋਂ ਕਿ ਇਸ ਪਾਲਿਸੀ ਨੂੰ ਤੁਰੰਤ ਲਾਗੂ ਕੀਤਾ ਜਾਵੇ, ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਤੇ ਜੰਗਲ ਲਾਏ ਜਾਣ, ਕਿਉਂਕਿ ਮਾਲਵਾ ਖਿੱਤੇ ਦੇ ਵਿੱਚ ਬਹੁਤ ਸਾਰੀਆਂ ਪੰਚਾਇਤੀ ਜ਼ਮੀਨਾਂ ਪਈਆਂ ਨੇਗੀਆਂ, ਔਰ ਖਾਲੀ ਜ਼ਮੀਨਾਂ ਹੀ ਪਈਆਂ ਨੇ ਜਿਹੜੀਆਂ ਲੀਜ਼ ਤੇ ਨਹੀਂ ਵੀ ਜਾ ਰਹੀਆਂ ਹੈਗੀਆਂ। ਜਿੱਦਾਂ ਮੈਂ ਆਪਣੇ ਪਿੰਡ ਦੀ ਗੱਲ ਕਰੂੰਗਾ, ਸਾਡੇ ਇਹ ਜਿਹੜੇ ਅਸੀਂ 5 ਪਾਰਕ 7 ਏਕੜ ਜ਼ਮੀਨ 'ਚ ਬਣਾਏ ਸੀ ਸੰਜੀਵ ਜੀ, ਇਹ ਜ਼ਮੀਨ ਸਾਰੀ ਨਜਾਇਜ਼ ਕਬਜ਼ਾ ਹੇਠ ਸੀਗੀ। ਇਹਨੂੰ ਅਸੀਂ ਛੁਡਵਾ ਕੇ ਹੌਲੀ-ਹੌਲੀ ਕਰਕੇ ਛੁਡਵਾ ਕੇ ਰੂੜੀਆਂ ਘਾਰੇ ਲੱਗੇ ਹੋਏ ਸੀ ਇਹਨਾਂ ਤੇ ਜਿਹੜੇ ਕਬਜ਼ੇ ਸੀ ਆਰਜੀ, ਜਿਸ ਪਾਰਕ 'ਚ ਆਪਾਂ ਖੜੇ ਹਾਂ। ਹਾਂਜੀ, ਇਹ ਪਾਰਕ ਉਦੋਂ ਮਨਰੇਗਾ ਸਕੀਮ ਦੇ ਵਿੱਚ ਬਣਾਇਆ ਸੀਗਾ ਮੈਂ। ਸੋ ਇਸ ਤਰ੍ਹਾਂ ਦੀਆਂ ਜ਼ਮੀਨਾਂ ਵੀ ਬਹੁਤ ਪਈਆਂ ਨੇਗੀਆਂ। ਜੇ ਸਰਕਾਰ ਥੋੜੇ ਮੋਟੇ ਨਿਰਦੇਸ਼ ਦੇਵੇ ਪੰਚਾਇਤਾਂ ਨੂੰ, ਨੀਚੇ ਬਹੁਤ ਪਿੰਡਾਂ 'ਚ ਜੰਗਲ ਲੱਗ ਸਕਦੇ ਨੇ। ਮਾਲਵੇ 'ਚ ਬਹੁਤ ਜਿਹੜੀਆਂ ਪੰਚਾਇਤੀ ਜ਼ਮੀਨਾਂ ਵੱਡੀ ਤਾਦਾਦ ਦੇ ਵਿੱਚ ਪਈਆਂ ਨੇ। ਚੱਠਾ ਸਾਹਿਬ, ਆਪਾਂ ਹੋਰ ਨਵੇਂ ਜੰਗਲ ਲਗਾਉਣ ਦੀ ਗੱਲ ਕਰ ਰਹੇ ਹਾਂ, ਚਲੋ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਇਹ, ਪਰ ਲੇਕਿਨ ਬਹੁਤ ਸਾਰੇ ਆਪਾਂ ਦੇਖਦੇ ਹਾਂ ਕਿ ਹਰ ਆਏ ਦਿਨ ਦਰਖਤ ਪੁੱਟੇ ਜਾਂਦੇ ਨੇ, ਦਰਖਤ ਵੱਢੇ ਜਾਂਦੇ ਨੇ, ਸਰਕਾਰਾਂ ਵੱਲੋਂ ਵੀ ਦਰਖਤਾਂ ਦੀ ਕਟਾਈ ਕੀਤੀ ਜਾਂਦੀ ਹੈ। ਜਦੋਂ ਕੋਈ ਨਵਾਂ ਰੋਡ ਬਣਨਾ ਹੁੰਦਾ ਹੈ, ਉਦੋਂ ਸੈਂਕੜੀ ਦਰਖਤ ਕਤਲ ਕਰ ਦਿੱਤੇ ਜਾਂਦੇ ਨੇ। ਜਦੋਂ ਕਿਸਾਨ ਫਸਲ ਉਗਾਉਂਦੇ ਨੇ, ਉਸ ਦੇ ਜਿਹੜੇ ਨਾੜ ਨੂੰ ਅੱਗ ਲਗਾਉਂਦੇ ਨੇ, ਉਦੋਂ ਬਹੁਤ ਸਾਰੇ ਐਸੇ ਦਰਖਤ ਹੁੰਦੇ ਨੇ ਜਿਹੜੇ ਜਲ ਜਾਂਦੇ ਨੇ। ਫਿਰ ਆਪਾਂ ਨਵੇਂ ਲਗਾਉਣ ਵੱਲ ਨੂੰ ਜਾ ਰਹੇ, ਪੁਰਾਣੇ ਨੂੰ ਕਿਉਂ ਨਹੀਂ ਬਚਾਇਆ ਜਾ ਰਿਹਾ? ਨਹੀਂ, ਪੰਚਾਇਤੀ ਜ਼ਮੀਨਾਂ ਤੇ ਜੰਗਲ ਲਾਉਣ ਦੀ ਬਿਲਕੁਲ ਯੋਜਨਾ ਕਾਮਯਾਬ ਹੋਊਗੀ, ਕਿਉਂਕਿ ਮੰਨ ਲਓ ਆਪਾਂ ਇੱਕ ਪਿੰਡ 'ਚ 5 ਏਕੜ ਜ਼ਮੀਨ ਤੇ ਜੰਗਲ ਲਾਉਣਾਗਾ, ਤਾਂ 5 ਏਕੜ ਦੇ ਆਲੇ ਦੁਆਲੇ ਤਾਰ ਫੇਰ ਕੇ ਉਹਦੇ ਵਿੱਚ ਇੱਕ ਮੋਟਰ ਲਗਵਾ ਕੇ 2 ਮੋਟਰਾਂ, ਜਿੰਨੀ ਵੀ ਡਿਮਾਂਡ ਆ ਉਹ ਮਨਰੇਗਾ ਦੇ ਵਿੱਚ ਲੱਗੂਗਾ, ਬਜਟ ਹੈਗਾ, ਔਰ ਲੇਬਰ ਮਨਰੇਗਾ ਦੇ ਵਿੱਚ ਵਾਧੂ ਹੈਗੇ। ਇਹ ਯੋਜਨਾ ਬਿਲਕੁਲ ਕਾਮਯਾਬ ਰਹੂਗੀ। ਔਰ ਜਿੱਥੋਂ ਤੱਕ ਤੁਸੀਂ ਮਤਲਬ ਕਿ ਸੜਕਾਂ ਤੇ ਜਾਂ ਤੁਸੀਂ ਖੇਤਾਂ 'ਚ ਹੋਰ ਰੁੱਖ ਜਿਹੜੇ ਉਹ ਤਾਂ ਹੈ ਹੀ, ਉਹੀ ਤਾਂ ਕਾਰਨ ਹੈ ਕਿ ਨੇਚਰ ਦੇ ਅਨੁਕੂਲ ਰੁੱਖਾਂ ਹੇਠ ਰਕਬਾ ਬਹੁਤ ਜ਼ਿਆਦਾ ਘਟ ਗਿਆ। ਨਹੀਂ, ਕਟਾਈ ਦੀ ਆਪਾਂ ਜੇ ਗੱਲ ਕਰ ਲਈ, ਕਟਾਈ ਨੂੰ ਕਿਵੇਂ ਰੋਕਿਆ ਜਾ ਸਕਦਾ? ਕਟਾਈ ਵੱਡੇ ਪੱਧਰ ਤੇ ਹੋ ਰਹੀ ਹੈ, ਕਟਾਈ ਲਈ ਵੀ ਸਖਤ ਕਾਨੂੰਨ ਬਣਨਾ ਚਾਹੀਦਾ। ਜਿਸ ਤਰ੍ਹਾਂ ਇਹ ਨੋਟੀਫਿਕੇਸ਼ਨ ਹੋਇਆ 33% ਰਕਬੇ ਤੇ ਜੰਗਲ ਲਾਉਣ ਦਾ, ਇਸੇ ਤਰ੍ਹਾਂ ਰੁੱਖਾਂ ਦੀ ਕਟਾਈ ਲਈ ਵੀ ਬੜੇ ਠੋਸ ਕਾਨੂੰਨ ਬਣਨੇ ਚਾਹੀਦੇ ਨੇ, ਕਿਉਂਕਿ ਰੁੱਖਾਂ ਦੀ ਕਟਾਈ ਮਨੁੱਖ ਨੇ ਪਿਛਲੇ ਲੰਮੇ ਅਰਸੇ 'ਚ ਬਹੁਤ, ਪਿਛਲੇ 20-25 ਸਾਲਾਂ 'ਚ ਲੱਖਾਂ ਦੀ ਗਿਣਤੀ 'ਚ ਵਿਰਾਸਤੀ ਰੁੱਖ ਖਤਮ ਹੋ ਗਏ। ਹੁਣ ਜੀਵ ਜੰਤੂਆਂ ਦੇ ਖਤਮ ਹੋਣ ਦਾ ਕਿੰਨੀਆਂ ਪ੍ਰਜਾਤੀਆਂ ਅਲੋਪ ਹੋ ਗਈਆਂ, ਕਾਰਨ ਕੀ ਆ? ਕਿ ਜਿਹੜੇ ਸਾਡੇ ਵਿਰਾਸਤੀ ਰੁੱਖ ਨੇ ਉਹ ਖਤਮ ਹੋ ਗਏ, ਜੀਵ ਜੰਤੂ ਭਟਕਦੇ ਫਿਰਦੇ ਨੇ, ਜੀਵ ਜੰਤੂ ਨੂੰ ਰਹਿਣ ਬਸੇਰੇ ਬਣਾਉਣ ਲਈ ਥਾਵਾਂ ਨਹੀਂ ਮਿਲ ਰਹੀਆਂ ਹੈਗੀਆਂ। ਸੰਜੀਵ ਜੀ, ਜੇ ਅਸੀਂ ਜੰਗਲ ਲਾਵਾਂਗੇ, ਰੁੱਖ ਲਾਵਾਂਗੇ, ਤਾਂ ਇਹਨਾਂ ਨੂੰ ਰਹਿਣ ਬਸੇਰੇ ਬਣਾਉਣ ਲਈ ਥਾਵਾਂ ਮਿਲਣਗੀਆਂ। ਜੇ ਆਪਾਂ ਗੱਲ ਕਰ ਲਈ ਚੱਠਾ ਸਾਹਿਬ, ਇਸ ਨੂੰ ਇੰਪਲੀਮੈਂਟ ਕਰਨ ਦੇ ਲਈ ਔਰ ਇਸ ਸਕੀਮ ਨੂੰ ਲਾਗੂ ਕਰਨ ਦੇ ਲਈ, ਤਾਂ ਤੁਸੀਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਮਿਲੇ ਹੋ ਜਾਂ ਕਿਸੇ ਕੋਲ ਅਪਰੋਚ ਕੀਤੀ ਹੈਗੀ ਆ? ਨਹੀਂ, ਫਿਲਹਾਲ ਅਸੀਂ ਜਿਵੇਂ ਤੁਸੀਂ ਪੰਜਾਬੀ ਲੋਕ ਚੈਨਲ ਰਾਹੀਂ ਲੈ ਕੇ ਜਾ ਰਹੇ ਹੋ ਗੱਲ ਨੂੰ, ਇਹਨੂੰ ਉਠਾ ਰਹੇ ਹਾਂ, ਅਸੀਂ ਮੀਡੀਆ ਰਾਹੀਂ ਗੱਲ ਲੈ ਕੇ ਜਾ ਰਹੇ ਹਾਂ ਕਿ ਇਹ ਤਾਂ ਦੇਖੋ ਸਰਬੱਤ ਦੇ ਸਾਰਿਆਂ ਨਾਲ ਜੁੜਿਆ ਹੋਇਆ ਮਸਲਾ, ਇਹ ਕਿਸੇ ਕੋਈ ਇੱਕ ਵਰਗ ਦਾ ਤਾਂ ਕੋਈ ਮਸਲਾ ਨਹੀਂ ਹੈਗਾ, ਇਹ ਤਾਂ ਸਾਰਿਆਂ ਦੇ ਸਰਬੱਤ ਦੇ ਭਲੇ ਦੀ ਗੱਲ ਹੈਗੀ। ਇਹਨੂੰ ਤਾਂ ਤੁਰੰਤ ਸਰਕਾਰ ਨੂੰ ਇਹਦੇ ਤੇ ਮਤਲਬ ਕਿ ਕਾਰਵਾਈ ਕਰਨੀ ਚਾਹੀਦੀ ਹੈ। ਪੰਚਾਇਤਾਂ ਨੂੰ ਲਿਖਣਾ ਚਾਹੀਦਾ ਕਿ ਅਗਲੇ ਵਰ੍ਹੇ ਤੋਂ ਜਿਹੜੀਆਂ ਲੀਜ਼ ਤੇ ਦੇਣ ਯੋਗ ਜ਼ਮੀਨਾਂ ਉਹਦਾ 33% ਰਕਬਾ ਜੰਗਲ ਲਗਾਉਣ ਲਈ ਰਿਜ਼ਰਵ ਕੀਤਾ ਜਾਵੇ, ਰੱਖਿਆ ਜਾਵੇ। ਦੂਸਰਾ, ਮੈਂ ਰੁੱਖਾਂ ਲਈ ਤਾਂ ਇਹ ਵੀ ਕਹਿਣਾ ਕਿ ਰੁੱਖ ਪੰਚਾਇਤੀ ਜ਼ਮੀਨਾਂ 'ਚ ਵੀ ਲੱਗਣਗੇ। ਲੋਕਾਂ ਨੂੰ ਆਪਣੇ ਖੇਤਾਂ 'ਚ ਮੋਟਰਾਂ ਤੇ
ਜਿੱਥੇ ਵੀ ਹੋ ਸਕਦਾ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ। ਬੜੀਆਂ ਸਾਡੇ ਖੇਤਾਂ 'ਚ ਥਾਵਾਂ ਪਈਆਂ ਨੇ, ਠੀਕ ਹੈ, ਮੋਟਰ ਵਾਲੇ ਕੋਠਿਆਂ ਕੋਲ ਵੀ ਅਸੀਂ 2-2 5-5 7-7 10-10 ਰੁੱਖ ਲਗਾ ਸਕਦੇ ਹਾਂ ਜੇ ਲਗਾਉਣਾ ਚਾਹੀਏ ਤਾਂ। ਇਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਜੇ ਅਸੀਂ ਆਪਣੇ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਬਚਾਉਣਾ, ਜੇ ਆਪਣਾ ਜੀਵਨ ਮਨੁੱਖ ਨੇ ਸੁਖੀ ਤੇ ਸੁਖਾਲਾ ਬਣਾਉਣਾ ਨਾ, ਤਾਂ ਸਾਨੂੰ ਰੁੱਖ ਲਗਾਉਣੇ ਪੈਣੇ ਨੇ। ਹੁਣ ਕਿੰਨੀਆਂ ਅਸੀਂ ਬਿਮਾਰੀਆਂ ਨਾਲ ਪੀੜਤ ਹਾਂ, ਕਿੰਨਾ ਵਾਤਾਵਰਨ ਖਰਾਬ ਹੋ ਰਿਹਾ। ਹੁਣ ਆਪਾਂ ਦੇਖਿਆ ਕਿ ਲੋਕਡਾਊਨ ਸਮੇਂ ਕਰੋਨਾ ਮਹਾਮਾਰੀ ਨੇ ਕਿੰਨੇ ਲੋਕਾਂ ਨੂੰ ਜਿਹੜਾ ਆਕਸੀਜਨ ਦੀ ਕਮੀ ਦੇ ਕਾਰਨ ਜਿਹੜਾ ਹੈਗਾ ਦਮ ਤੋੜਨੇ ਪਏ ਹੈਗੇ ਨੇ। ਬਿਲਕੁਲ ਇਹ ਚੀਜ਼ਾਂ ਤੋਂ ਹੁਣ ਮਨੁੱਖ ਕਾਫੀ ਕੁਝ ਸਿੱਖ ਵੀ ਰਿਹਾ। ਇਸ ਵਾਰ ਬਹੁਤ ਰੁੱਖ ਲੱਗ ਰਹੇ ਨੇ, ਬਹੁਤ ਬੂਟੇ, ਬਹੁਤ ਪਲਾਂਟੇਸ਼ਨ ਹੋਈ ਆ, ਔਰ ਹੋਰ ਵੀ ਹੋਣੀ ਚਾਹੀਦੀ ਆ। ਪੰਚਾਇਤੀ ਜ਼ਮੀਨਾਂ ਤੇ ਮੈਨੂੰ ਇੱਕ ਲੱਗਦਾ ਕਿ ਜੇ ਜੰਗਲ ਲੱਗ ਜਾਣ ਤਾਂ ਸਾਰਾ ਕੁਝ ਨੇਚਰ ਦੇ ਅਨੁਕੂਲ ਹੋ ਜਾਊਗਾ, ਸਾਡਾ ਵਾਤਾਵਰਨ ਸਾਫ਼ ਹੋ ਜਾਊਗਾ, ਅਸੀਂ ਸਾਡੀਆਂ ਪੀੜ੍ਹੀਆਂ ਨੂੰ ਮਤਲਬ ਕਿ ਇੱਕ ਸਾਫ਼ ਵਾਤਾਵਰਨ ਦੇ ਕੇ ਜਾਵਾਂਗੇ। ਇਹਦੇ ਲਈ ਸਾਰਿਆਂ ਨੂੰ ਉਪਰਾਲੇ ਕਰਨੇ ਚਾਹੀਦੇ ਆ, ਸਾਰਿਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਆ। ਹਰ ਮਨੁੱਖ ਦਾ ਫਰਜ਼ ਬਣਦਾ ਕਿ ਇਸ ਪਾਲਿਸੀ ਨੂੰ, ਇਸ ਨੋਟੀਫਿਕੇਸ਼ਨ ਨੂੰ ਲਾਗੂ ਕਰਾਉਣ ਲਈ ਵੱਧ ਤੋਂ ਵੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਜੇ ਆਪਾਂ ਗੱਲ ਕਰ ਲਈ, ਜਿਵੇਂ 1/3 ਤੁਸੀਂ ਕਿਹਾ ਹੈਗਾ ਕਿ ਹਰ ਪਿੰਡ ਦੇ ਵਿੱਚ 1/3 ਜਿਹੜੀ ਪੰਚਾਇਤੀ ਜ਼ਮੀਨ ਹੈ ਉਹਦੇ ਵਿੱਚ ਜੰਗਲ ਲਗਾਇਆ ਜਾਵੇ, ਕਿ ਇਹਦੇ ਵਿੱਚ ਆਮ ਲੋਕ ਨੇ ਜਿਹੜੇ ਉਹ ਸਾਥ ਦੇਣਗੇ? ਬਿਲਕੁਲ ਦੇਣਾ ਚਾਹੀਦਾ। ਜਿਹੜੀ ਕੋਈ ਸਰਬੱਤ ਦੇ ਭਲੇ ਦੀ ਗੱਲ ਹੈ, ਹਰ ਮਨੁੱਖ ਨਾਲ ਜੁੜੀ ਹੋਈ ਗੱਲ ਆ। ਅਸੀਂ ਕਿੰਨੇ ਪੀੜਤਾਂ, ਵਾਤਾਵਰਨ ਖਰਾਬ ਹੋਣ, ਕਿੰਨੀਆਂ ਅਸੀਂ ਬਿਮਾਰੀਆਂ ਨਾਲ ਜਕੜੇ ਪਏ ਹਾਂ, ਕਿੰਨਾ ਸਾਡਾ ਵਾਤਾਵਰਨ ਕਿੰਨਾ ਖਰਾਬ ਹੋ ਰਿਹਾ ਹੈਗਾ। ਇਹਦੇ ਲਈ ਸਾਰੇ ਹਰ ਕਿਸੇ ਦੇ ਮਤਲਬ ਕਿ ਭਲੇ ਦੀ ਗੱਲ ਹੈਗੀ। ਸਾਨੂੰ ਖੇਤਾਂ 'ਚ, ਸੜਕਾਂ, ਜਿੱਥੇ ਵੀ ਜਗ੍ਹਾ ਮਿਲਦੀ ਹੈ, ਵੱਧ ਤੋਂ ਵੱਧ ਹਰ ਮਨੁੱਖ ਦਾ ਫਰਜ਼ ਬਣਦਾ ਉਹ ਰੁੱਖ ਲਗਾਵੇ। ਜਿਵੇਂ ਤੁਸੀਂ ਇਸ ਵਾਸਤੇ ਉਪਰਾਲਾ ਕੀਤਾ ਹੈਗਾ, ਇਹ ਪਾਲਿਸੀ ਕੱਢ ਕੇ ਲੈ ਕੇ ਆਏ ਹੈਗੇ ਹੋ, ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਹ 2017 ਦੇ ਵਿੱਚ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ? ਇਹ ਮੈਂ ਪਿਛਲੇ ਕਾਫੀ ਸਾਲਾਂ ਤੋਂ ਮੰਗ ਕਰ ਰਿਹਾ ਸੀ ਕਿ ਪੰਚਾਇਤੀ ਜ਼ਮੀਨਾਂ ਦਾ ਕੁਝ ਹਿੱਸਾ ਜੰਗਲ ਲਾਉਣ ਲਈ ਰਿਜ਼ਰਵ ਕੀਤਾ ਜਾਵੇ। ਫਿਰ ਅਚਾਨਕ ਮੈਨੂੰ ਹੁਣ ਪਿਛਲੇ ਦਿਨ ਹੀ ਪਤਾ ਲੱਗਿਆ ਕਿ ਇਹਦਾ ਨੋਟੀਫਿਕੇਸ਼ਨ ਪਹਿਲਾਂ ਹੀ ਇੱਕ ਗ੍ਰਾਮ ਪੰਚਾਇਤ ਟਰੀ ਪਾਲਿਸੀ ਸਾਲ 2017 ਦੇ ਵਿੱਚ ਪੰਜਾਬ ਸਰਕਾਰ ਨੇ ਬਣਾਈ ਸੀਗੀ, ਪਰ ਉਹ ਲਾਗੂ ਨਹੀਂ ਹੋਈ ਹੈਗੀ। ਮੈਨੂੰ ਜਦੋਂ ਪਾਲਿਸੀ ਮਿਲੀ ਫਿਰ ਮੈਨੂੰ ਪਤਾ ਲੱਗਿਆ ਤੇ ਮੈਂ ਤੁਹਾਡੇ ਤੱਕ ਹੀ ਲੈ ਕੇ ਆਇਆ ਗੱਲ। ਤੇ ਹੁਣ ਆਪਾਂ ਸਰਕਾਰ ਤੱਕ ਮੀਡੀਆ ਰਾਹੀਂ ਪਹੁੰਚਾ ਰਹੇ ਹਾਂਗੇ, ਜਾਂ ਫਿਰ ਤੁਸੀਂ ਕੋਈ ਲਿਖਤੀ ਦੇ ਵਿੱਚ ਵੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦਿਓਗੇ ਜਾਂ ਇਸ ਦੀ ਮੰਗ ਕਰੋਗੇ? ਨਹੀਂ, ਅਸੀਂ ਜਲਦੀ ਪੰਚਾਇਤ ਮੰਤਰੀ ਜੀ ਨੂੰ ਮਿਲਾਂਗੇ। ਅਸੀਂ ਚੰਡੀਗੜ੍ਹ ਜਾ ਕੇ ਪੰਚਾਇਤ ਮੰਤਰੀ ਨੂੰ ਮਿਲ ਕੇ ਮੰਗ ਪੱਤਰ ਦੇਵਾਂਗੇ ਕਿ ਇਹ ਲਾਗੂ ਕੀਤਾ ਜਾਵੇ, ਵੀ ਇਹ ਸਰਬੱਤ ਦੇ ਭਲੇ ਦੀ ਗੱਲ ਹੈ, ਇਹਨੂੰ ਲਾਗੂ ਕੀਤਾ ਜਾਵੇ। ਹੋਰ ਤੁਸੀਂ ਕਿੰਨਾ ਨੂੰ ਅਪੀਲ ਕਰਨੀ ਚਾਹੁੰਦੇ ਹੋ ਇਸ ਨੂੰ ਲਾਗੂ ਕਰਾਉਣ ਵਾਸਤੇ, ਜਿਹੜੇ ਅੱਗੇ ਆਉਣਾ ਚਾਹੁੰਦੇ ਹੋ ਲੋਕ? ਦੇਖੋ ਸੰਜੀਵ ਜੀ, ਮੇਨ ਤਾਂ ਗੱਲ ਇਹ ਹੈਗੀ ਕਿ ਰੁੱਖ ਬਹੁਤ ਸਾਰੀਆਂ ਥਾਵਾਂ ਪਈਆਂ ਨੇ ਜਿੱਥੇ ਅਸੀਂ ਲਗਾ ਸਕਦੇ ਹਾਂ, ਪਰ ਸਾਡਾ ਧਿਆਨ ਨਹੀਂ। ਪਿਛਲੇ ਟਾਈਮ 'ਚ ਅਸੀਂ ਬਹੁਤ ਵੱਡੀ ਪੱਧਰ 'ਤੇ ਕਟਾਈ ਕੀਤੀ ਹੈ ਰੁੱਖਾਂ ਦੀ। ਸੋ ਮੈਂ ਤਾਂ ਇਹੀ ਬੇਨਤੀ ਕਰਦਾ, ਔਰ ਮੈਂ ਇਹ ਗੱਲ ਕਹਿਣਾ, ਘਰਾਂ ਦੇ ਵਿਹੜਿਆਂ 'ਚ ਸਾਡੇ ਕੋਲ ਬਹੁਤ ਥਾਂ ਪਈ ਆ। ਔਰ ਸੰਜੀਵ ਜੀ, ਜਿਹੜੇ ਘਰ ਦੇ ਵਿੱਚ ਵਿਹੜਾ ਹੈਗਾ ਨਾ, ਰੁੱਖ ਨਹੀਂ ਹੈਗਾ। ਜਿਹੜੇ ਘਰ 'ਚ ਧੀ ਜਨਮ ਲੈਣਾ ਚਾਹੁੰਦੀ ਸੀ, ਉਹਨੂੰ ਜਨਮ ਨਹੀਂ ਲੈਣ ਦਿੱਤਾ ਨਾ, ਮੈਂ ਉਸ ਘਰ ਨੂੰ ਘਰ ਨਹੀਂ ਸਮਝਦਾ। ਉਹ ਸਾਡੇ ਗੁਰੂਆਂ ਪੀਰਾਂ ਦੀ ਸੋਚ ਤੋਂ, ਗ੍ਰੰਥਾਂ ਦੀ ਸੋਚ ਤੋਂ ਲੋਕ ਬਹੁਤ ਪਰੇ ਨੇਗੇ। ਸੋ ਹਰ ਮਨੁੱਖ ਦਾ ਫਰਜ਼ ਬਣਦਾ, ਜਿਹਦੇ ਕੋਲੇ ਜਗ੍ਹਾ ਹੈਗੀ, ਘਰਾਂ 'ਚ ਵਿਹੜੇ ਹੈਗੇ, ਰੁੱਖ ਲਾਉਣੇ ਚਾਹੀਦੇ ਨੇ। ਤੇ ਜੇ ਆਪਾਂ ਚੱਠਾ ਸਾਹਿਬ ਗੱਲ ਕਰ ਲਈਏ ਆਪਣੇ ਸਮਾਜ ਦੇ ਵਿੱਚ, ਤਾਂ ਹੀ ਆਪਾਂ ਬਹੁਤ ਕੁਝ ਝੇਲ ਰਹੇ ਹਾਂ, ਬਹੁਤ ਕੁਝ ਕਠਿਨਾਈਆਂ ਨੇ ਜਿਹੜੀਆਂ ਉਹ ਵੀ ਆਪਣੇ ਹੰਢਾ ਰਹੇ ਹੈਗੇ ਆ। ਜੇ ਆਪਾਂ ਨੇ ਇਹ ਸਾਰਾ ਕੁਝ ਕੀਤਾ ਹੈਗਾ ਤਾਂ ਹੀ ਕਰ ਰਹੇ ਹਾਂ, ਪਰ ਆਮ ਲੋਕਾਂ ਨੂੰ ਤੁਸੀਂ ਹੁਣ ਕੀ ਕਹਿਣਾ ਚਾਹੋਗੇ? ਜਿਹੜੀ ਇਹ ਪਾਲਿਸੀ ਹੈ ਇਹਦਾ ਸਾਥ ਕਿਸ ਤਰ੍ਹਾਂ ਦੇਣ ਲੋਕ? ਨਹੀਂ, ਸਾਥ ਤਾਂ ਦੇਖੋ ਆਵਾਜ਼ ਉਠਾਉਣੀ ਚਾਹੀਦੀ ਯਾਰ ਕਿਸੇ। ਅੱਜ ਕੱਲ੍ਹ ਮੀਡੀਆ, ਸੋਸ਼ਲ ਮੀਡੀਆ ਹੈਗਾ ਸਰ, ਜਦੋਂ ਸਾਰੇ ਲੋਕ ਮੰਗ ਉਠਾਉਣਗੇ ਇਸ ਤਰ੍ਹਾਂ ਦੀ ਕਿ ਇਹ ਹੋਣਾ ਚਾਹੀਦਾ, ਨੋਟੀਫਿਕੇਸ਼ਨ ਹੋਣਾ ਚਾਹੀਦਾ, ਕੋਈ ਫਰਕ ਨਹੀਂ ਪੈਣ ਲੱਗ ਰਿਹਾ। ਅੱਛਾ, ਬਾਗ ਵੀ ਲੱਗ ਸਕਦੇ ਨੇ। ਕਈ ਬੰਦੇ ਕਹਿੰਦੇ ਕਿ ਇਨਕਮ ਘਟ ਜਾਏਗੀ ਪੰਚਾਇਤਾਂ ਦੀ। ਜਿਵੇਂ ਮੇਰੀ ਇੱਕ ਦੋ ਗੱਲ ਮੈਨੂੰ ਕੁਝ ਫੋਨ ਆਇਆ ਕਿ ਇਨਕਮ ਘਟੇਗੀ ਪੰਚਾਇਤੀ ਜ਼ਮੀਨਾਂ, ਕਿਸੇ ਪਿੰਡ 'ਚ ਮੰਨ ਲਓ 100 ਏਕੜ ਜ਼ਮੀਨਾਂ, 25 ਤੇ ਜੰਗਲ ਲੱਗ ਜੂ, 25-30 ਏਕੜ ਤੇ, ਤਾਂ ਉਹਨਾਂ ਦੀ ਕਮਾਈ ਘਟ ਜੂਗੀ। ਬਾਗਬਾਨੀ ਵੀ ਹੋ ਸਕਦਾ, ਬਾਗਬਾਨੀ ਕਿਉਂ, ਜਿਹੜੇ ਰੁੱਖ ਨੇ ਇਹ ਵੀ ਕਿਸੇ ਟਾਈਮ ਜਦੋਂ ਪਾਲਣਗੇ, ਵੱਡੇ ਹੋਣਗੇ, ਤੁਹਾਨੂੰ ਇਨਕਮ ਦੇਣਗੇ, ਉਨੇ ਕੁ ਨਵੇਂ ਰੁੱਖ ਲੱਗੀ ਜਾਣਗੇ। ਪੁਰਾਣੇ ਪੱਟੇ ਉਹ ਤਾਂ ਉਦਾਂ ਦਾ ਇੱਕ ਬਣ ਜਾਂਦਾ ਹੁੰਦਾ, ਕੋਈ ਇਨਕਮ 'ਚ ਕੋਈ ਫਰਕ ਨਹੀਂ ਪੈਣਾ ਹੈਗਾ। ਬਾਗਬਾਨੀ ਹੇਠ ਵੀ ਰਕਬਾ ਲਿਆਂਦਾ ਜਾ ਸਕਦਾ, ਬਾਗਾਂ ਤੋਂ ਵੀ ਇਨਕਮ ਹੋ ਸਕਦੀ ਆ। ਸਾਧਨ ਹੈਗੇ, ਹੁਣ ਮਨਰੇਗਾ ਸਕੀਮ ਹੈਗੀ, ਲੇਬਰ ਹੈਗੀ, ਪੈਸਾ ਹੈਗਾ, ਸਭ ਕੁਝ ਹੈਗਾ। ਜੇ ਆਪਾਂ ਸੋਚ ਲਈਏ ਕਿ ਹਰ ਪਿੰਡ ਦੇ ਵਿੱਚ 1/3 ਜ਼ਮੀਨ ਦੇ ਵਿੱਚ ਜੰਗਲ ਬਣ ਜਾਣ ਜਾਂ ਬਾਗ ਲੱਗ ਜਾਣ, ਤਾਂ ਫਿਰ ਕਿਸ ਤਰ੍ਹਾਂ ਦਾ ਮਾਈਂਡ ਦੇ ਵਿੱਚ ਵਾਤਾਵਰਨ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਤੁਹਾਨੂੰ? ਜੀ ਤੁਹਾਡੇ ਸਾਹਮਣੇ ਹੁਣ ਤੁਸੀਂ ਦੇਖੋ, ਪਾਰਕ ਨੇ, ਆ ਪਾਰਕ ਦੇਖੋ ਬਣਾਏ, ਕਿੰਨੇ ਹਜ਼ਾਰਾਂ ਦੀ ਗਿਣਤੀ ਪੰਜਾਬ 'ਚ ਇਹਨਾਂ ਪਾਰਕਾਂ 'ਚ ਬੂਟੇ ਲੱਗੇ, ਪਾਰਕ ਬਣੇ, ਪਿੰਡੋ ਪਿੰਡੀ ਪਾਰਕ ਬਣੇ, ਜਿਹਦੇ 'ਚ ਬਜ਼ੁਰਗ ਬੈਠਦੇ ਨੇ, ਬੱਚੇ ਖੇਡਦੇ ਨੇ, ਛਾਂ ਆ ਗਈ, ਸਪੀਲਾਂ ਲੱਗੀਆਂ ਨੇ, ਘੁੰਮਣ ਫਿਰਨ ਨੂੰ ਰਸਤੇ ਬਣੇ ਨੇ, ਗਰਾਊਂਡ ਬਣੇ ਨੇ ਬੱਚਿਆਂ ਨੂੰ ਖੇਡਣ ਲਈ। ਇਸੇ ਤਰ੍ਹਾਂ ਜੰਗਲਾਂ ਦਾ ਬਹੁਤ ਫਾਇਦਾ ਮਿਲਣਾਗਾ। ਸਾਡੀਆਂ ਜਿਹੜੀਆਂ ਜੀਵ ਜੰਤੂ ਦੀਆਂ ਪ੍ਰਜਾਤੀਆਂ ਖਤਮ ਹੋ ਗਈਆਂ, ਲੋਪ, ਉਹ ਵਾਪਸ ਆਉਣਗੀਆਂ, ਜਿਹੜੀਆਂ ਮਨੁੱਖ ਦੇ ਪਹਿਲਾਂ ਬਹੁਤ ਨੇੜੇ ਰਹਿੰਦੀਆਂ ਸੀ, ਕਿਉਂਕਿ ਸਾਡਾ ਜੀਵਨ ਇਦਾਂ ਦਾ ਹੋ ਗਿਆ ਮਨੁੱਖ ਦਾ। ਹੁਣ ਸਾਡੇ ਘਰ ਇਦਾਂ ਦੇ ਹੋ ਗਏ ਜਿੱਥੇ ਜੀਵ ਜੰਤੂ ਨੂੰ, ਜਿਹੜੇ ਪੰਛੀ ਨੇ, ਉਹਨੂੰ ਰਹਿਣ ਬਸੇਰੇ ਬਣਾਉਣ ਲਈ ਥਾਵਾਂ ਨਹੀਂ ਰਹੀਆਂ ਹੈਗੀਆਂ। ਪਹਿਲਾਂ ਸਾਡੇ ਨੀਰਲੀਆਂ ਸੁਹਾਤਾਂ 'ਚ, ਡੰਗਰ ਵਾਲੇ ਬਰਾਂਡਿਆਂ 'ਚ
ਘਰਾਂ ਦੇ ਰੋਸ਼ਨਦਾਨਾਂ ਦੇ ਵਿੱਚ ਆਮ ਪੰਛੀ ਜੀਵ ਜੰਤੂ ਰਹਿੰਦੇ ਸੀ। ਪੰਛੀ ਮਨੁੱਖ ਦੇ ਨਾਲ ਜਿੱਥੇ ਮਨੁੱਖ ਰਹਿੰਦੇ ਜੀਵ ਜੰਤੂ ਵੀ ਰਹਿੰਦੇ ਸੀਗੇ। ਹੁਣ ਸਾਡੇ ਘਰ ਇਦਾਂ ਦੇ ਬਣ ਗਏ, ਜਿਹੜੇ ਵਿਰਾਸਤੀ ਰੁੱਖ ਸੀ ਉਹ ਅਸੀਂ ਖਤਮ ਕਰਤੇ, ਸਾਡੇ ਪੁਰਾਤਨ ਰੁੱਖ ਸੀਗੇ। ਹੁਣ ਪੰਛੀ ਨੂੰ ਰਹਿਣ ਬਸੇਰੇ ਬਣਾਉਣ ਲਈ ਥਾਵਾਂ ਨਹੀਂ ਰਹੀਆਂ। ਇਹੋ ਕਾਰਨ ਆ, ਹਜ਼ਾਰਾਂ ਦੀ ਗਿਣਤੀ 'ਚ ਪ੍ਰਜਾਤੀਆਂ ਅਲੋਪ ਹੋ ਗਈਆਂ, ਖਤਮ ਹੋ ਗਈਆਂ ਜੀਵ ਜੰਤੂਆਂ ਦੀਆਂ। ਜੀ ਚੱਠਾ ਸਾਹਿਬ, ਗੱਲ ਕਰ ਲਈ ਤੁਹਾਡੀ ਜਿਹੜੀ ਵਾਤਾਵਰਨ ਪ੍ਰੇਮੀ ਦੇ ਨਾਂ ਨਾਲ ਜਾਣਿਆ ਜਾਂਦਾ, ਤੁਹਾਨੂੰ ਇੱਕ ਕਟੋਰੇ ਵਾਲੇ ਮਾਸਟਰ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਿਛਲੇ ਦਿਨ ਸੁਰਖੀਆਂ ਦੇ ਵਿੱਚ ਵੀ ਰਹੇ ਹੋ। ਹੁਣ ਤੱਕ ਤੁਸੀਂ ਇਸ ਤਰ੍ਹਾਂ ਦੇ ਕਿੰਨੇ ਕੁ ਉਪਰਾਲੇ ਕਰ ਚੁੱਕੇ ਹੋ ਔਰ ਕਿੰਨੇ ਕੁ ਹੋਰ ਨਵੇਂ ਕਰਨ ਜਾ ਰਹੇ ਹੋ? ਦੇਖੋ, ਮੈਂ ਤਾਂ ਇੱਕ ਮੈਸੇਜ ਕਨਵੇ ਕਰ ਰਿਹਾ। ਹੁਣ ਜਿਵੇਂ ਕਟੋਰੇ ਬਣਦੇ ਆ ਪੰਛੀ ਨੂੰ ਪਾਣੀ ਰੱਖਣ ਲਈ ਗਰਮੀ 'ਚ, ਕਿਉਂਕਿ ਜਿਹੜੇ ਮਨੁੱਖ ਨੇ ਚੀਜ਼ਾਂ ਖੋਹੀਆਂ ਨੇ ਨਾ, ਉਹ ਮਨੁੱਖ, ਉਹਨਾਂ ਦਾ ਵਿਕਲਪ ਮਨੁੱਖ ਨੂੰ ਦੇਣਾ ਪੈਣਾ। ਹੁਣ ਨਲਕੇ ਹੁੰਦੇ ਸੀ, ਪਾਣੀ ਗਿਰਦਾ ਰਹਿੰਦਾ ਸੀ ਘਰਾਂ 'ਚ, ਉੱਥੇ ਹੀ ਜਾਨਵਰ, ਪੰਛੀ, ਮਨੁੱਖ ਸਾਰੇ ਉੱਥੋਂ ਪਾਣੀ ਪੀਂਦੇ ਸੀ, ਤੂਤਾਂ ਥੱਲੇ, ਡੇਕਾਂ ਥੱਲੇ ਘਰਾਂ 'ਚ ਹੁੰਦੇ ਸੀ। ਹੁਣ ਨਲਕਿਆਂ ਦਾ ਯੁੱਗ ਖਤਮ ਹੋ ਗਿਆ, ਨਲਕੇ ਖਤਮ ਹੋ ਗਏ, ਹੁਣ ਨਲਕੇ ਨਹੀਂ ਰਹੇ ਹੈਗੇ। ਤਾਂ ਉਹਦਾ ਵਿਕਲਪ ਹੁਣ ਮੈਂ ਕਹਿੰਦਾ ਕਿ ਵਿਹੜਿਆਂ 'ਚ ਤੁਸੀਂ ਕਟੋਰਿਆਂ 'ਚ, ਮਿੱਟੀ ਦੇ ਭਾਂਡਿਆਂ 'ਚ ਪੰਛੀਆਂ ਨੂੰ ਪਾਣੀ ਭਰ ਕੇ ਰੱਖੋ। ਉਹਦਾ ਵਿਕਲਪ ਮਨੁੱਖ ਨੂੰ ਦੇਣਾ ਪੈਣਾ। ਜਿਹੜੇ ਰੁੱਖ ਮਨੁੱਖ ਨੇ ਪੱਟੇ ਨੇ, ਵਿਰਾਸਤੀ ਰੁੱਖ, ਉਹ ਵੀ ਮਨੁੱਖ ਨੂੰ ਲਗਾਉਣੇ ਪੈਣੇ ਨੇ। ਹੁਣ ਕੋਈ ਵੀ ਪ੍ਰਜਾਤੀ ਤੁਸੀਂ ਦੇਖ ਲਓ ਕੁਦਰਤ ਨਾਲ ਛੇੜਛਾੜ ਨਹੀਂ ਕਰਦੀ ਹੈਗੀ, ਸਿਰਫ ਇੱਕ ਮਨੁੱਖ ਆ ਜਿਹਨੇ ਛੇੜਛਾੜ ਕੀਤੀ ਆ। ਅਸੀਂ ਪਿਛਲੇ ਹੁਣ ਉਹਨਾਂ ਚੀਜ਼ਾਂ ਨੂੰ ਅਸੀਂ ਉਹਨਾਂ ਕੁਦਰਤੀ ਆਫਤਾਂ ਦਾ ਸਾਹਮਣਾ ਵੀ ਕਰ ਰਹੇ ਹਾਂ। ਜੇ ਅਸੀਂ ਮਨੁੱਖ ਨੇ ਕੁਦਰਤ ਨਾਲ ਖਿਲਵਾੜ ਕੀਤਾ, ਸਾਡੇ ਰੁੱਖਾਂ ਦੀ ਕਟਾਈ ਕੀਤੀ, ਉਹਨਾਂ ਦਾ ਖਮਿਆਜਾ ਵੀ ਮਨੁੱਖ ਭੁਗਤ ਰਿਹਾ। ਸੋ ਅੱਗੇ ਲਈ ਆਪਾਂ ਅੱਗੇ ਆਪਣੇ ਜੀਵਨ ਨੂੰ, ਜੇ ਆਪਾਂ ਤੰਦਰੁਸਤ ਰਹਿਣਾ, ਜੀਵਨ ਨੂੰ ਸੁਖੀ ਤੇ ਸੁਖਾਲਾ ਬਣਾਉਣਾ ਨਾ, ਤਾਂ ਸਾਨੂੰ ਰੁੱਖ ਲਗਾਉਣੇ ਪੈਣੇ ਨੇ। ਇਹੀ ਬੇਨਤੀ ਕਰਦੇ ਹਾਂ ਸਭ ਨੂੰ ਕਿ ਜਿੱਥੇ ਜਗ੍ਹਾ ਮਿਲਦੀ ਹੈ, ਮੋਟਰ ਵਾਲੇ ਕੋਠਿਆਂ ਤੇ, ਹਰ ਜਗ੍ਹਾ ਤੁਸੀਂ ਰੁੱਖ ਲਾਓ। ਔਰ ਪੰਚਾਇਤੀ ਜ਼ਮੀਨਾਂ ਦੇ ਵਿੱਚ ਵੀ ਪੰਚਾਇਤਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣਾ 30 ਗਾਹਾਂ ਵਾਲੇ ਸਾਲ ਤੋਂ 33% ਰਕਬਾ ਜਿਹੜੀ ਲੀਜ਼ਯੋਗ ਜ਼ਮੀਨ ਆ ਉਹਦੇ ਵਿੱਚੋਂ ਰੱਖ ਕੇ ਤੁਸੀਂ ਉਹਨਾਂ ਦੇ ਜੰਗਲ ਲਾਓ। ਕੀ ਲੱਗਦਾ ਕਿ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਇਸ ਵੱਲ ਧਿਆਨ ਦੇਣਾ ਚਾਹੀਦਾ ਔਰ ਇਸ ਨੂੰ ਲਾਗੂ ਕਰ ਦੇਣਾ ਚਾਹੀਦਾ? ਬਿਲਕੁਲ ਜੀ, ਮੈਨੂੰ ਉਮੀਦ ਹੈ ਕਿ ਸਰਕਾਰ ਨੂੰ ਜਦੋਂ ਚੀਜ਼ ਦਾ ਪਤਾ ਲੱਗੂਗਾ, ਇਹਦੀ ਨੋਟੀਫਿਕੇਸ਼ਨ ਕੋਈ ਇੰਨੀ ਚੰਗੀ ਨੋਟੀਫਿਕੇਸ਼ਨ ਜਿਹੜੀ ਸਰਬੱਤ ਦੇ ਭਲੇ ਲਈ ਆ, ਸਮਾਜ ਦੇ ਭਲੇ ਲਈ ਆ, ਜੀਵ ਜੰਤੂਆਂ ਦੇ ਭਲੇ ਲਈ ਆ, ਉਹਨੂੰ ਸਰਕਾਰ ਬਿਲਕੁਲ ਲਾਗੂ ਕਰੂਗੀ। ਜਦੋਂ ਸਰਕਾਰ ਨੂੰ ਚੀਜ਼ ਸਾਹਮਣੇ ਆਊਗੀ, ਹੁਣ ਤੁਸੀਂ ਮੀਡੀਆ ਰਾਹੀਂ ਗੱਲ ਅੱਗੇ ਜਾ ਰਹੀ ਹੈ, ਜਦੋਂ ਜਾਏਗੀ, ਸਰਕਾਰਾਂ ਤੱਕ ਜਾਏਗੀ, ਮੰਤਰੀਆਂ ਤੱਕ ਜਾਏਗੀ, ਤਾਂ ਜ਼ਰੂਰ ਇਹ ਲਾਗੂ ਹੋਏਗੀ। ਸੋ ਬਿਲਕੁਲ, ਬਹੁਤ ਬਹੁਤ ਧੰਨਵਾਦ ਚੱਠਾ ਸਾਹਿਬ। ਸੋ ਇਹ ਸਨ ਲਛਮਣ ਸਿੰਘ ਚੱਠਾ, ਜੋ ਕਿ ਵਾਤਾਵਰਨ ਪ੍ਰੇਮੀ ਨੇ, ਜਿਨ੍ਹਾਂ ਨੇ ਇੱਕ ਐਸੀ ਪਾਲਿਸੀ ਲੈ ਕੇ ਆਂਦੀ ਹੈ ਜੋ ਕਿ ਸਰਕਾਰ ਨੇ ਪਹਿਲਾਂ ਹੀ 2027 ਦੇ ਵਿੱਚ ਇੱਕ ਨੋਟੀਫਿਕੇਸ਼ਨ ਜ਼ਰੂਰ ਜਾਰੀ ਕੀਤਾ ਸੀ, ਪਰ ਲੇਕਿਨ ਹਜੇ ਤੱਕ ਉਹ ਦਬਿਆ ਪਿਆ ਹੈ, ਉਹਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ, ਉਸ ਨੂੰ ਲਾਗੂ ਨਹੀਂ ਕੀਤਾ ਗਿਆ। ਜੇਕਰ ਸਰਕਾਰਾਂ ਅਜਿਹੇ ਉਪਰਾਲੇ ਕਰ ਦੇਣ ਤਾਂ ਲੋਕਾਂ ਨੂੰ ਜਿਹੜਾ ਵਾਤਾਵਰਨ ਮਿਲਣਾ ਹੈ, ਉਹ ਮੇਰਾ ਖਿਆਲ ਹੈ ਤੁਸੀਂ ਆਪਣੇ ਦਿਮਾਗ ਦੇ ਵਿੱਚ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਵਾਤਾਵਰਨ ਹੈ ਜਿਹੜਾ ਉਹ ਮਿਲ ਸਕਦਾ ਹੈ, ਔਰ ਬਿਮਾਰੀਆਂ ਤੋਂ ਰਹਿਤ ਹੋ ਸਕਦੇ ਹੋ, ਔਰ ਕਸ਼ਟ ਕਲੇਸ਼ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਨੇ ਉਹ ਵੀ ਮੁੱਕ ਜਾਣਗੇ, ਕਿਉਂਕਿ ਵਾਤਾਵਰਨ ਹੈ ਜਿਹੜਾ ਉਹ ਸ਼ੁੱਧ ਹੋ ਜਾਏਗਾ। ਜੇਕਰ ਤੁਹਾਡੇ ਹਰ ਇੱਕ ਪਿੰਡ ਦੇ ਵਿੱਚ 1/3 ਜੰਗਲ ਦੇ ਰੂਪ ਵਿੱਚ ਪੈਦਾ ਹੁੰਦਾ ਜਾਂ ਫਿਰ ਬਾਗਬਾਨੀ ਦੇ ਰੂਪ ਵਿੱਚ ਪੈਦਾ ਹੁੰਦਾ, ਅਸੀਂ ਤਾਂ ਇਹੋ ਅਪੀਲ ਕਰਾਂਗੇ ਕਿ ਸਰਕਾਰ ਨੂੰ ਵੀ ਪਹਿਲ ਦੇ ਆਧਾਰ ਤੇ ਇਹਦੇ ਉੱਪਰ ਕੋਈ ਨਾ ਕੋਈ ਕਦਮ ਜ਼ਰੂਰ ਚੁੱਕਣਾ ਚਾਹੀਦਾ ਹੈ, ਇਹਨੂੰ ਲਾਗੂ ਕਰ ਦੇਣਾ ਚਾਹੀਦਾ ਹੈ। ਔਰ ਆਮ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਕਿ ਅਜਿਹੇ ਫੈਸਲਿਆਂ ਦੇ ਉੱਪਰ ਜ਼ਰੂਰ ਕਮੈਂਟ ਕਰਿਆ ਕਰੋ ਔਰ ਜ਼ਰੂਰ ਸਰਕਾਰ ਦੇ ਉੱਪਰ ਵੀ ਦਬਾਅ ਬਣਾਇਆ ਕਰੋ ਕਿ ਅਜਿਹੇ ਜਿਹੜੇ ਉਪਰਾਲੇ ਨੇ ਉਹ ਸਰਕਾਰਾਂ ਨੂੰ ਵੀ ਕਰਨੇ ਚਾਹੀਦੇ ਨੇ ਔਰ ਲੋਕਾਂ ਨੂੰ ਇਸ ਦਾ ਸਾਥ ਵੀ ਦੇਣਾ ਚਾਹੀਦਾ ਹੈ। ਪੰਜਾਬੀ ਲੋਕ ਚੈਨਲ ਦੇ ਲਈ ਸੰਜੀਵ ਗੋਇਲ, ਸੰਗਰੂਰ।